मेरे राम राय तू संतां का संत तेरे। मेरे राम राय तू संतां का संत तेरे। मेरे बहुत प्यार दे नाल वाहिगुरू जी का खालसा वाहिगुरू जी की फतेह। बहुत बख्शियां रूहां बाबा इकबाल सिंह जी बड़ूसा वाले, जुड़ी रूह बीबी इंद्रजीत कौर जी इत्थों दे मुखी, आ सारा प्रधानगी मंडल, बहुत सत्कारत ज्ञानी केवल सिंह जी, होर सारिਆਂ ਨੂੰ प्यार दे नाल एक बारी फिर वाहिगुरू जी का खालसा वाहिगुरू जी की फतेह। ਇਹ ਸਚਿਆਰ ਮਨੁੱਖ ਦੀ ਘਾੜਤ ਲਈ ਵਿਦਿਅਕ ਸੰਸਥਾਵਾਂ ਦੀ ਭੂਮਿਕਾ ਜਿੰਨੀ ਵੀ ਸਟੇਜ ਦੇ ਵਿਚਾਰ ਹੋਈ ਹੈ ਉਹ ਆਪਾਂ ਉਹਦੇ 'ਚ ਦੱਸ ਪਏ ਰਹੇ ਹਾਂ, ਬਾਕੀ ਦੂਜੀਆਂ ਗੱਲਾਂ ਚੱਲਦੀਆਂ ਰਹੀਆਂ। ਥੋੜ੍ਹਾ ਜਿਹਾ ਉਸੇ ਪੈਨਲ 'ਤੇ ਆਈਏ ਕਿ ਜਿਹੜੀਆਂ ਵਿਦਿਅਕ ਸੰਸਥਾਵਾਂ ਨੇ ਇਹ ਕੀ ਭੂਮਿਕਾ ਨਿਭਾਉਣ ਕਿ ਸਚਿਆਰ ਮਨੁੱਖ ਜਿਹੜਾ ਹੈ ਉਹ ਤਿਆਰ ਹੋ ਸਕੇ। ਦਾਸ ਨੇ ਤੇ ਜ਼ਿੰਦਗੀ 'ਚ ਇੱਕ ਚੀਜ਼ ਸਿੱਖੀ ਹੈ ਕਿ ਆਪਣਾ ਫਰਜ਼ ਨਿਭਾਓ। ਉਹ ਹੁਣ ਕੋਲ ਸਚਿਆਰ ਮਨੁੱਖ ਸਚਿਆਰ ਰਹਿੰਦਾ ਸਾਰੀ ਜ਼ਿੰਦਗੀ ਕਿਵੇਂ, ਇਹ ਫਿਰ ਅਗਾਂਹ ਪਰਮੇਸ਼ਰ ਦੀ ਡਿਊਟੀ ਹੈ। ਅਸੀਂ ਆਪਣੀ ਡਿਊਟੀ ਨਿਭਾਉਣੀ ਹੈ ਤੇ ਸਾਰਿਆਂ ਨੂੰ ਬੇਨਤੀ ਵੀ ਉਸੇ ਵਿਸ਼ੇ ਤੇ ਆਪਾਂ ਜਿਸ ਵਿਸ਼ੇ ਲਈ ਇਹਨਾਂ ਨੇ ਸਾਰਾ ਉਪਰਾਲਾ ਕੀਤਾ ਕਿ ਵਿਦਿਅਕ ਸੰਸਥਾਵਾਂ ਕੀ ਭੂਮਿਕਾ ਨਿਭਾਉਣ। ਤੇ ਸਾਰਿਆਂ ਤੋਂ ਪਹਿਲੇ ਮੈਂ ਵਧਾਈ ਦੇਣਾ ਡਾਕਟਰ ਸਾਹਿਬ ਨੂੰ ਕਿ ਪਹਿਲਾਂ ਜਿੰਨੇ ਕੈਂਪ ਲੱਗੇ ਨੇ ਉਹ ਟੀਚਰਾਂ ਦੇ ਲੱਗੇ ਆ ਤੇ ਫਿਰ ਇਹਨਾਂ ਨੂੰ ਬੇਨਤੀ ਕੀਤੀ ਗਈ ਬਈ ਟੀਚਰ ਜਿਹੜੀ ਉਹ ਪ੍ਰਿੰਸੀਪਲ ਦੇ ਹੁਕਮ 'ਚ, ਜਿਵੇਂ ਬੀਬੀ ਇੰਦਰਜੀਤ ਕੌਰ ਜੀ ਨੇ ਆਪ ਜੀ ਨੂੰ ਇਸ਼ਾਰਾ ਦਿੱਤਾ ਆਪਣੇ ਸਪੀਚ ਦੌਰਾਨ ਕਿ ਪ੍ਰਿੰਸੀਪਲ ਨੇ ਜਿਵੇਂ ਕਹਿਣਾ ਟੀਚਰ ਨੂੰ ਤੇ ਉਤਰਾ ਕਰਨਾ ਪੈਣਾ। ਇਹਨਾਂ ਨੇ ਫਿਰ ਦੂਜਾ ਉਪਰਾਲਾ ਕੀਤਾ ਵੀ ਪ੍ਰਿੰਸੀਪਲ ਵੀ ਜਿਹੜੇ ਸਕੂਲਾਂ ਦੇ ਉਹਨਾਂ ਨੂੰ ਨਾਲ ਬੁਲਾਇਆ ਗਿਆ। ਫਿਰ ਤੀਜੀ ਰਾਏ ਦਿੱਤੀ, ਮੈਂ ਕਿਹਾ ਪ੍ਰਿੰਸੀਪਲ ਜਿਹੜੀ ਉਹ ਮੈਨੇਜਮੈਂਟ ਦੇ ਹੁਕਮ 'ਚ, ਆਖੋ ਸਤਨਾਮ, ਉਹ ਮੈਨੇਜਮੈਂਟ ਦੇ ਹੁਕਮ 'ਚ ਮੈਨੇਜਮੈਂਟ ਜਿਵੇਂ ਕਹੂਗੀ ਉਹਨੂੰ ਤਾਂ ਉਂਝ ਹੀ ਕਰਨਾ ਪੈਣਾ। ਤੇ ਅੱਜ ਮੈਂ ਇਹਨਾਂ ਨੂੰ ਵਧਾਈ ਦਿੰਦਾ ਕਿ ਉਹ ਤੀਜੇ ਸਟੈਪ 'ਚ ਵੀ ਮੇਰੇ ਕਲਗੀਆਂ ਵਾਲੇ ਨੇ ਇਹਨਾਂ ਨੂੰ ਕਾਮਯਾਬੀ ਬਖਸ਼ੀ ਹੈ। 70-75% ਮੈਨੇਜਮੈਂਟ ਦੇ ਮੈਂਬਰ ਵੀ ਇਸ ਜਗ੍ਹਾ ਵਿਖੇ ਮੌਜੂਦ ਨੇ। ਜਿਹੜੀ ਅਤ ਲੋੜ ਹੈ ਕਿ ਮੈਨੇਜਮੈਂਟ ਵੀ ਗੱਲ ਪਹੁੰਚੇ ਵੀ ਕੀ ਚਾਹ ਰਹੇ ਆ, ਫਿਰ ਉਹ ਪ੍ਰਿੰਸੀਪਲ ਨੂੰ ਸਾਰੀ ਚੀਜ਼ ਸੌਖੀ ਕਵਰ ਕਰਨੀ, ਟੀਚਰਾਂ ਨੂੰ ਹੋਰ ਸੌਖੀ ਹੈ। ਇਹ ਪਹਿਲੀ ਵਧਾਈ ਹੈ। ਸਮਾਂ ਪੂਰਾ ਸੂਰ ਹੈ ਤੇ ਜਿਹੜੀ ਸਚਿਆਰ ਮਨੁੱਖ ਲਈ ਵਿਦਿਅਕ ਸੰਸਥਾਵਾਂ ਦੀ ਭੂਮਿਕਾ ਉਹਦੇ 'ਚ ਦਾਸ ਪਹਿਲੀ ਬੇਨਤੀ ਕਰੇਗਾ ਕਿ ਜਿੰਨੀਆਂ ਟੀਚਰਾਂ ਜਾਂ ਪ੍ਰਿੰਸੀਪਲ ਬੈਠੇ ਨੇ ਉਹ ਆਪਣੇ ਆਪ ਨੂੰ ਹੱਥ ਜੋੜ ਕੇ ਬੇਨਤੀ ਹੈ ਟੀਚਰ ਨਾ ਸਮਝੋ, ਉਹ ਆਪਣੇ ਆਪ ਨੂੰ ਪ੍ਰਿੰਸੀਪਲ ਨਾ ਸਮਝੋ, ਇਹ ਹੱਥ ਜੋੜ ਕੇ ਬੇਨਤੀ ਹੈ। ਉਹ ਆਪਣੇ ਆਪ ਨੂੰ ਟੀਚਰ ਨਾ ਸਮਝੋ, ਪ੍ਰਿੰਸੀਪਲ ਨਾ ਸਮਝੋ। ਤੁਹਾਡੀ ਡਿਊਟੀ ਜਿਹੜੀ ਕੇਵਲ ਤਨਖਾਹ ਤੱਕ ਨਹੀਂ, ਕੇਵਲ ਪੇ ਤੱਕ ਨਹੀਂ, ਤੁਹਾਡੀ ਸਰਵਿਸ ਕੇਵਲ ਘਰ ਦੇ ਗੁਜ਼ਾਰੇ ਲਈ ਨਹੀਂ। ਇਹ ਮੈਂ ਅੰਦਰੋਂ ਕਹਿ ਰਿਹਾ ਟੀਚਰਾਂ ਨੂੰ, ਪ੍ਰਿੰਸੀਪਲਾਂ ਨੂੰ ਕਿ ਤੁਹਾਡੀ ਆਪਣੀ ਡਿਊਟੀ ਨੂੰ ਟੀਚਰ ਪ੍ਰਿੰਸੀਪਲ ਦੀ ਡਿਊਟੀ ਨਾ ਸਮਝੋ। ਤੁਹਾਡੀ ਡਿਊਟੀ ਇੰਨੀ ਵੱਡੀ ਹੈ, ਇੱਕ ਸੰਤ ਵਰਗੀ ਡਿਊਟੀ ਹੈ ਤੁਹਾਡੀ, ਇੱਕ ਸਾਧੂ ਪੂਰੇ ਵਰਗੀ ਡਿਊਟੀ ਹੈ ਆਪ ਜੀ ਦੀ। ਇੱਕ ਸੰਤ ਜਿਹੜਾ ਨਾ ਉਹਨੂੰ ਕੋਈ ਮਾਇਆ ਨਾਲ ਨਹੀਂ ਮਤਲਬ ਹੁੰਦਾ, ਸੰਤ ਨੂੰ ਕੋਈ ਹੋਰ ਸੋਭਾ ਨਾਲ ਮਤਲਬ ਨਹੀਂ ਹੁੰਦਾ। ਸੰਤ ਦਾ ਇੱਕੋ ਇਜ਼ਮ ਹੁੰਦਾ ਹੈ ਜੀਵਨ ਘੜਿਆ ਜਾਵੇ। ਜਿਹੜਾ ਵੀ ਕੋਈ ਉਹਦੇ ਸੰਪਰਕ 'ਚ ਆਇਆ ਨਾ ਉਹਦਾ ਜੀਵਨ ਉੱਚਾ ਹੋ ਜੇ, ਜੀਵਨ ਬਣ ਜਾਵੇ। ਜੇ ਕਿਸੇ ਸੰਤ ਕੋਲ ਮੈਂ ਨਾਂ ਨਹੀਂ ਲੈਂਦਾ, ਇੱਕ ਮਿਸਤਰੀ ਆ ਗਿਆ, ਉਹਨੇ ਆਹੀ ਕਿਹਾ, ਮਿਸਤਰੀ ਨੇ ਸੰਤ ਨੂੰ, ਕਰਦੇ ਨਾ ਲੋਕ ਦੁੱਖ ਸੁੱਖ ਸਾਂਝਾ, ਪੂਰਨ ਸੀ ਉਹਨੇ ਇੰਨਾ ਹੀ ਕਿਹਾ ਬਈ ਘਰ 'ਚ ਕਲੇਸ਼ ਹੈ, ਘਰ 'ਚ ਗੁਜ਼ਾਰਾ ਨਹੀਂ। ਸੰਤ ਨੇ ਅੱਗੋਂ ਕੀ ਆਖਿਆ, ਕਿੰਨੀ ਦਿਹਾੜੀ ਲੈਣਾ? ਇਹ ਗੱਲ ਉਦੋਂ ਦੀ ਹੈ 10-12 ਸਾਲਾਂ ਦੀ। ਉਹ ਮਿਸਤਰੀ ਨੇ ਕਿਹਾ ਜੀ ਦਿਹਾੜੀ 12 ਨੇ ਲੈਣਾ, ਤੇ ਅੱਗੋਂ ਸੰਤ ਨੇ ਕਿਹਾ ਮਾਲਕ ਦਾ ਕੰਮ 14 ਨੇ ਦਾ ਕਰਿਆ ਕਰ, ਸ਼ਾਂਤੀ ਵੀ ਹੋ ਜਾਏਗੀ। ਮਾਲਕ ਦਾ ਕੰਮ ਜਿਹੜੇ ਕਰ ਰਹੇ ਆ ਨਾ ਉਹ ਕੰਮ ਉਹਨੂੰ 14 ਨੇ ਦਾ ਕਰਕੇ ਤੇ 12 ਨੇ ਲੈ ਕੇ ਘਰ 'ਚ ਬਰਕਤ ਵੀ ਪੈ ਜਾਏਗੀ। ਸੰਤ ਦਾ ਕੰਮ ਹੁੰਦਾ ਜੀਵਨ ਘੜਨਾ। ਜੇ ਕਿਸੇ ਨੇ ਆ ਕੇ ਸੰਤ ਨੂੰ ਕਹਿ ਦਿੱਤਾ ਕਿ ਮੱਝਾਂ ਦਾ ਦੁੱਧ ਸੁੱਕ ਗਿਆ
ਤੇ ਉਹ ਸੰਤ ਨੇ ਅੱਗੋਂ ਕੀ ਆਖਿਆ, ਕਿੰਨੇ ਮੈਂਬਰ ਹੋ ਜੀ? 5 ਮੈਂਬਰ ਆ, 4 ਮੈਂਬਰ ਆ, 2 ਬੱਚੇ ਆ। 5 ਮੈਂਬਰ ਆ, 2 ਬੱਚੇ ਆ, 2 ਅਸੀਂ ਆ, 1 ਮਾਤਾ। ਅੱਗੋਂ ਸੰਤ ਨੇ ਇਹੀ ਕਿਹਾ, ਮਾਤਾ ਨੂੰ ਦੁੱਧ ਦਿੰਦੇ ਹੋ, ਮਾਂ ਨੂੰ ਦੁੱਧ ਪਿਆਉਂਦੇ ਹੋ? ਉਹਨੇ ਆਖਿਆ ਜੀ ਉਹ ਨਹੀਂ ਦਿੰਦੇ, ਪਹਿਲੇ ਦਿੰਦੇ ਸਾਂ, ਹੁਣ ਬੰਦ ਕਰਤਾ। ਤੇ ਉਹਨੇ ਫਿਰ ਸੰਤ ਨੇ ਇਹੀ ਆਖਿਆ, ਜਿਸ ਘਰ ਵਿੱਚ ਮਾਂ ਦੀ ਸੇਵਾ ਨਹੀਂ, ਫਿਰ ਬਰਕਤ ਵੀ ਉੱਡ ਜਾਂਦੀ ਹੈ। ਸੰਤ ਦਾ ਕੰਮ ਹੁੰਦਾ ਜੀਵਨ ਕਢਣਾ, ਜੀਵਨ ਉੱਚਾ। ਇਹ ਸਭ ਤੋਂ ਪਹਿਲੇ ਵਿਦਿਅਕ ਸੰਸਥਾਵਾਂ ਦੀ ਭੂਮਿਕਾ ਇਹ ਹੋਵੇ ਕਿ ਹਰ ਟੀਚਰ ਆਪਣੇ ਆਪ ਨੂੰ ਇਹ ਨਾ ਸਮਝੇ ਕਿ ਮੇਰੀ 5000 10,000 ਦੀ ਸਰਵਿਸ ਘਰ ਦੇ ਗੁਜ਼ਾਰੇ ਲਈ ਹੈ। ਉਹ ਆਪਣੇ ਆਪ ਨੂੰ ਇਹ ਸਮਝੇ ਮੈਂ ਇੱਕ ਸੰਤ ਦੀ ਡਿਊਟੀ ਦੇ ਰਹੀ ਹਾਂ। ਸੰਤ ਸੱਚੇ ਦਾ ਕੰਮ ਹੈ ਜੀਵਨ ਘੜਨਾ, ਟੀਚਰ ਦਾ ਪ੍ਰਿੰਸੀਪਲ ਦਾ ਕੰਮ ਹੈ ਬੱਚਿਆਂ ਦਾ ਜੀਵਨ ਘੜਨਾ। ਗੱਜ ਕੇ ਆਖੋ ਸਤਨਾਮ। ਉਹ ਤੁਹਾਡੇ ਅੰਦਰ ਸਪਿਰਿਟ ਆਊਗੀ ਪਹਿਲੇ, ਤਾਂ ਗੱਲ ਬਣੇਗੀ। ਕਿ ਬੱਚੇ ਨੂੰ ਕੋਈ ਪਤਾ ਨਹੀਂ ਬਲੂ ਰੰਗ ਕਿਹੜਾ ਹੈ, ਰੈੱਡ ਕਿਹੜਾ ਹੈ। ਟੀਚਰ ਉਹਦੀ ਸੰਤ ਹੈ, ਉਹ ਦੱਸਦੀ ਆ ਬਲੂ ਰੰਗ ਹੈ, ਆ ਰੈੱਡ ਹੈ। ਹੁਣ ਇੱਕ ਬੱਚਾ ਵਾ ਪਲੇ ਪੈਂਦਾ, ਉਹਨੂੰ ਕੀ ਪਤਾ ਘੜੀ ਤੇ 2:30 ਵਜੇ ਹੈ, ਉਹਨੂੰ ਕੀ ਪਤਾ ਘੜੀ ਤੇ 1:45। ਉਹ ਟੀਚਰ ਸਿਖਾਉਂਦੀ ਹੈ, ਉਹਨੂੰ ਘੜਦੀ ਹੈ। ਟੀਚਰ ਦੀ ਬੜੀ ਵੱਡੀ ਡਿਊਟੀ ਹੈ, ਸੰਤ ਵਰਗੀ, ਸਾਧੂ ਵਰਗੀ। ਇਹ ਸਾਰੀਆਂ ਟੀਚਰਾਂ ਪਹਿਲੀ ਗੱਲ ਇਹਨੂੰ ਆਪ ਜੀ ਨੇ ਰੱਖਣੀ ਹੈ ਕਿ ਜਿਵੇਂ ਹੁਣੇ ਵੀਰ ਜੀ ਨੇ ਦੱਸਿਆ ਕਿ ਜੇ ਤੁਹਾਡੇ ਹਿੱਸੇ 30 ਬੱਚੇ ਆਏ ਨੇ, 35 ਬੱਚੇ ਆਏ ਨੇ, ਉਹ ਜੇ ਦਿਮਾਗ 'ਚ ਇਹ ਪਾਲੋਗੇ ਵੀ ਇਹ ਵੀ ਪਰਮੇਸ਼ਰ ਦਾ ਨਾਮ ਹੈ, ਇਹ ਵੀ ਪਰਮੇਸ਼ਰ ਦੀ ਡਿਊਟੀ ਹੈ ਕਿ ਇਹਨਾਂ ਸਾਰਿਆਂ ਦਾ ਜੀਵਨ ਘੜਿਆ ਜਾਵੇ। ਇਹ ਫਿਰ ਵਿਦਿਅਕ ਸੰਸਥਾਵਾਂ 'ਚ ਸਾਰੀਆਂ ਟੀਚਰਾਂ, ਪ੍ਰਿੰਸੀਪਲ ਪਹਿਲੀ ਗੱਲ ਤੇ ਆਪਣੀ ਡਿਊਟੀ ਨੂੰ ਛੋਟਾ ਨਾ ਸਮਝਣ, ਬਹੁਤ ਵੱਡੀ ਦਰਗਾਹੀ ਡਿਊਟੀ ਸਮਝਣ ਕਿ ਤੁਸੀਂ ਬੱਚੇ ਦਾ ਜੀਵਨ ਘੜਨਾ ਹੈ। ਦੂਜਾ ਜਿਹੜੀ ਬੇਨਤੀ ਹੈ ਦਾਸ ਵੱਲੋਂ 1 ਮਿੰਟ ਵਿੱਚ, ਜਿਹੜਾ ਇਹਨਾਂ ਦਾ ਮੁੱਖ ਵਿਸ਼ਾ ਕਿ ਵਿਦਿਅਕ ਸੰਸਥਾਵਾਂ ਦੀ ਕੀ ਭੂਮਿਕਾ ਹੋਵੇ, ਤੇ ਮੇਰੇ ਖਿਆਲ 'ਚ 60 ਪੈਸੇ ਮਸਲਾ ਵਰਿੰਦਰਪਾਲ ਸਿੰਘ ਜੀ ਤੁਸੀਂ ਹੱਲ ਕਰਤਾ ਇਹ ਕਿਤਾਬਾਂ ਬਣਾ ਕੇ। ਇਹ ਬਹੁਤ, ਮੈਂ ਉੱਥੇ ਬੈਠਾ ਦੇਖ ਰਿਹਾ ਸੀ, ਤੇ ਇਹ 60% ਮਸਲਾ ਜਿਹੜਾ ਨਾ ਇਹਨਾਂ ਨੇ ਜਦੋਂ ਸਕੂਲਾਂ ਨੇ ਕਿਤਾਬਾਂ ਲਾ ਲੈਣੀਆਂ, ਤੇ ਬਾਕੀ ਉਹ ਆਪਾਂ ਇੰਨੇ ਪੜ੍ਹੇ ਲਿਖੇ ਨਹੀਂ, ਜਿਵੇਂ ਆ ਭੈਣ ਜੀ ਨੇ ਦੱਸਿਆ ਪੰਜਾਬ ਬੋਰਡ ਵਾਲਿਆਂ ਨੇ ਕੋਈ ਹੋਰ ਗੱਲਾਂ ਨੁਕਤੇ, ਉਹ ਵੀ ਹੋਰ ਸੁਧਾਰ ਵੀ ਹੋ ਜਾਣਗੇ। ਬੰਦਾ ਜਦੋਂ ਚੱਲਦਾ ਤੇ ਉਹ ਸਾਰੀਆਂ ਚੀਜ਼ਾਂ ਕਵਰ ਹੋ ਜਾਂਦੀਆਂ ਹੌਲੀ ਹੌਲੀ। ਤੇ ਆਹ ਜਿਹੜਾ ਕਿਤਾਬਾਂ ਵਿੱਚ ਤੁਸੀਂ ਗੁਰਬਾਣੀ ਦਾ ਵਿਰਸਾ ਜਾਂ ਉਹ ਚੀਜ਼ਾਂ ਦੇਤੀਆਂ ਨਾ, ਇਹ 60% ਮਸਲੇ ਉਹਨਾਂ ਵਿਦਿਅਕ ਸੰਸਥਾਵਾਂ ਦੇ ਆਪਣੇ ਆਪ ਹੱਲ ਹੋ ਜਾਣੇ ਆ ਜਿਨ੍ਹਾਂ ਨੇ ਉਹ ਕਿਤਾਬਾਂ ਲਵਾਤੀਆਂ ਜਿਹਦੇ 'ਚ ਦੁਨਿਆਵੀ ਪੜ੍ਹਾਈ ਨਾਲ ਨਾਲ ਬੱਚਾ ਅਧਿਆਤਮਕ ਪੜ੍ਹਾਈ ਆਪਣੇ ਆਪ ਕਰੀ ਜਾਵੇ। ਤੇ ਇੱਕ ਜਿਹੜਾ ਤੀਜੀ ਹੈ ਉਹਦੇ ਤੇ ਤੁਸੀਂ ਟੀਚਰਾਂ, ਪ੍ਰਿੰਸੀਪਲ ਖੁੱਲ੍ਹ ਕੇ ਵਿਚਾਰ ਇਹਨਾਂ ਨੂੰ ਦੇਣਾ, ਭਾਵੇਂ ਲਿਖ ਕੇ ਦੇ ਦੇਣਾ, ਬੋਲ ਕੇ ਦੇ ਦੇਣਾ ਕਿ ਜਿਹੜੀ ਸਿੱਖ ਸੰਸਥਾਵਾਂ ਦੀ, ਵਿਦਿਅਕ ਸੰਸਥਾਵਾਂ ਦੀ ਭੂਮਿਕਾ ਹੈ ਸਚਾਰ ਮਨੁੱਖ ਦੀ ਘਾੜਤ ਲਈ, ਉਹਦੇ ਵਿੱਚ ਕੁਝ ਜਿਹੜੀ ਕਿਤਾਬਾਂ ਜਿਹਨਾਂ ਨੇ ਲੈਂਦਾ ਉਹਦੇ ਨੰਬਰ ਤੇ ਮਿਲ ਜਾਣੇ ਆ। ਕੁਝ ਇਹੋ ਜਿਹੇ ਸਕੂਲ 'ਚ ਉਪਰਾਲੇ ਹੋਰ ਕੀਤੇ ਜਾਣ ਕਿ ਜਿਹਦੇ ਲਈ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾਵੇ, ਉਹਦੇ ਵੱਖਰੇ ਨੰਬਰ ਦਿੱਤੇ ਜਾਣ। ਉਹ ਇਹੋ ਜਿਹੇ ਉਪਰਾਲੇ ਹੋਣ ਜੋ ਇਹ ਚਾਹ ਰਹੇ ਨੇ ਸਚਾਰ ਮਨੁੱਖ ਦੀ ਘਾੜਤ ਵਾਲੇ। ਕਿ ਹੁਣ ਸਾਡਾ ਸਕੂਲ ਹੈ ਬੀਬੀ ਕੌਲਾਂ ਪਬਲਿਕ ਸਕੂਲ ਨੇ, 3 ਚੱਲ ਰਹੇ ਨੇ, ਤੇ ਫੰਕਸ਼ਨ ਸੀ ਹੈੱਡ ਬॉय ਹੈੱਡ ਗਰਲ ਦਾ। ਬੱਚਿਆਂ ਨੇ ਫਰੀਦ ਸਾਹਿਬ ਦੇ ਸ਼ਲੋਕ ਸੁਣਾਏ ਕੀਰਤਨ ਰੂਪ ਵਿੱਚ, ਸਾਰੇ ਬੱਚਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕੀਤਾ। ਹੈੱਡ ਬॉय ਹੈੱਡ ਗਰਲ ਵੀ, ਉਹ ਵੀ ਤੁਹਾਨੂੰ ਸਰੋਪਾ ਪਾ ਕੇ ਹੈੱਡ ਬॉय ਹੈੱਡ ਗਰਲ ਬਣਾਉਣਾ ਕਿ ਹੋਰ ਤੁਹਾਡੇ ਅੰਦਰ ਇਹ ਆਵੇ ਵੀ ਮੈਨੂੰ ਗੁਰੂ ਦੀ ਹਜ਼ੂਰੀ 'ਚ ਪਿਆਰ ਮਿਲਿਆ। ਉਦੋਂ ਫਿਰ ਜਦੋਂ ਬੱਚਿਆਂ ਨੇ ਫਰੀਦ ਸਾਹਿਬ ਦੇ ਸ਼ਲੋਕ ਸੁਣਾਏ ਤੇ ਮੈਂ ਫਿਰ ਉਹ 2 ਮਿੰਟ ਮਾਈਕ ਮੇਰੇ ਕੋਲ ਆਇਆ, ਮੈਂ ਕਿਹਾ ਬੱਚਿਓ ਤੁਸੀਂ ਉਹ ਵੀ ਸ਼ਲੋਕ ਪੜ੍ਹਿਆ, ਫਰੀਦਾ ਜੋਤਾਂ ਮਾਰਨ ਮੁੱਕੀਆਂ ਤਿਨਾਂ ਨਾ ਮਾਰੇ ਘੁੰਮ, ਆਪ ਨੜੇ ਘਰ ਜਾਈਏ ਪੈਰ ਤਿਨਾਂ ਦੇ ਚੁੰਮ। ਵੀ ਆਹ ਜਿਹੜੇ ਸ਼ਲੋਕ ਬੋਲੇ ਇਹਨਾਂ ਦੇ ਅਰਥ ਇਹ ਵੀ ਨੇ ਵੀ ਬਾਈ ਚਾਂਸ ਤੈਨੂੰ ਮੁੱਕੀ, ਜਿਵੇਂ ਹੁਣੇ ਭੈਣ ਜੀ ਇੰਦਰਜੀਤ ਕੌਰ ਨੇ ਦੱਸਿਆ ਵੀ ਸਭ 'ਚ ਰੱਬ, ਗੱਜ ਕੇ ਆਖੋ ਸਤਨਾਮ, ਸਾਰਿਆਂ 'ਚ ਉਹ ਦ੍ਰਿਸ਼ਟੀ, ਉਹ ਪਿਆਰ। ਤੇ ਮੈਂ ਬੱਚਿਆਂ ਨੂੰ ਕਿਹਾ, ਮੈਂ ਕਿਹਾ ਵੀ ਫਰੀਦ ਸਾਹਿਬ ਦੇ ਸ਼ਲੋਕ ਕਹਿੰਦੇ ਵੀ ਉਹਨਾਂ ਨੂੰ ਘੁੰਮ ਕੇ ਫਿਰ ਨਾ ਮਾਰ, ਵੀ ਇੰਨੀ ਨਿਮਰਤਾ ਰੱਖ, ਆਪ ਨੇੜੇ ਘਰ ਜਾਈਏ। ਮੈਂ ਕਿਹਾ ਤੁਸੀਂ 8 ਮਹੀਨੇ ਹੋਏ ਬੱਚਿਓ ਠੁੱਡ ਮਾਰ ਕੇ ਫਲਸ਼ਾਂ ਦੇ ਬੂਹੇ ਤੋੜਤੇ ਸੀ। ਉਹ ਇੱਕ ਵਾਰੀ ਕਿਤੇ ਕੋਈ ਪ੍ਰਿੰਸੀਪਲ ਹੋਰ ਸਨ, ਉਹਦੀ ਗੱਲ ਤੋਂ ਗੁੱਸਾ ਕੀਤਾ ਤੇ ਬੱਚਿਆਂ ਨੇ ਬਾਥਰੂਮ ਦੇ ਬੂਹੇ। ਮੈਂ ਕਿਹਾ ਹੁਣ ਜਿਹੜੀ ਬਾਣੀ ਪੜ੍ਹ ਰਹੇ ਹੋ ਉਹਦੇ ਅਰਥ ਵੀ ਸਮਝਿਓ,
ਉਹਦੇ ਅਰਥ ਵੀ ਸਮਝੋ ਵੀ ਇਹ ਤੁਹਾਡਾ ਸਕੂਲ ਨਹੀਂ, ਇਹ ਮੰਦਰ ਹੈ ਵਿਦਿਆ ਦਾ, ਆਖੋ ਸਤਿਨਾਮ। ਤੇ ਇਹ ਸਾਰਿਆਂ ਨੂੰ ਬੇਨਤੀ ਹੈ ਕਿ ਕਿਤਾਬਾਂ 'ਚੋਂ ਵੀ ਉਹਨਾਂ ਨੂੰ ਮਿਲੀ ਜਾਏਗੀ ਖੁਰਾਕ, ਪਰ ਤੁਸੀਂ ਇੱਕ ਵੱਖਰੀ ਆਪੋ ਆਪਣੀ ਰਾਏ ਦਿਓ ਕਿ ਇਹਨੂੰ ਅਮਲੀ ਰੂਪ 'ਚ ਲਿਆਂਦਾ ਜਾਵੇ। ਮੈਂ ਨਿੱਕੀ ਜੀ ਮਿਸਾਲ ਦੇ ਕੇ ਸਮਾਪਤੀ ਕਰਨ ਲੱਗਾ। ਅਸੀਂ 6ਵੀਂ ਤੇ 7ਵੀਂ ਦੇ ਬੱਚਿਆਂ ਤੇ ਟਰਾਈ ਕੀਤੀ ਸੀ। ਡਾਕਟਰ ਸਾਹਿਬ ਆ ਸਾਡੇ ਪ੍ਰਿੰਸੀਪਲ ਬੈਠੇ ਜਗਜੀਤ ਕੌਰ ਵੀ, ਦੂਜੇ ਪ੍ਰਿੰਸੀਪਲ ਵੀ ਬੈਠੇ ਜਸਲੀਨ ਕੌਰ, ਤੀਜੇ ਹਰਸ਼ਰਨ ਕੌਰ, ਸਾਰੇ ਬੈਠੇ ਆ। ਅਸੀਂ ਇੱਕ ਟਰਾਈ ਕੀਤੀ ਸੀ 6ਵੀਂ 7ਵੀਂ ਦੇ ਬੱਚਿਆਂ ਤੇ, ਜਿਹੜੀਆਂ ਲੜਕੀਆਂ ਬਈ ਉਹਨਾਂ ਨੇ 15 ਮਿੰਟ ਰਸੋਈ ਵਿੱਚ ਆਪਣੀ ਮਾਤਾ ਨਾਲ ਹੱਥ ਵਟਾਉਣਾ ਤੇ ਰੋਜ਼ ਟੀਚਰ ਨੇ ਪੁੱਛਣਾ ਤੂੰ 15 ਮਿੰਟ ਹੱਥ ਵਟਾਇਆ ਆਪਣੀ ਮੰਮੀ ਦੇ ਨਾਲ, ਉਹਦਾ ਫਿਰ ਉਹ ਲਿਖਿਆ ਸਹੀ ਲੱਗਣੀ ਹੈ, ਨਹੀਂ ਵਟਾਇਆ ਹੁਣ ਝੂਠ ਬੋਲਦੇ ਉਹਦੀ ਮਰਜ਼ੀ ਹੈ, ਮਾਂ-ਬਾਪ ਕੋ ਵੀ ਪੁੱਛ ਲੈਣਾ। ਮੇਰੀ ਬੇਨਤੀ ਨਿੱਕੀ ਜੀ ਸਮਝੋ ਵੀ ਜਿੱਥੇ ਕਿਤਾਬਾਂ 'ਚੋਂ ਪੜ੍ਹਾਈ ਕਰਨ ਸਚਿਆਰ ਬਣਨ ਦੀ, ਜਿੱਥੇ ਸਿਲੇਬਸ 'ਚ ਪੜ੍ਹਾਈ ਕਰਨ ਸਚਿਆਰ ਬਣਨ ਦੀ, ਉੱਥੇ ਇਸ ਚੀਜ਼ਾਂ ਦੇ ਵੀ ਨੰਬਰ ਦਿਓ, ਇਹ ਚੀਜ਼ਾਂ 'ਚ ਵੀ ਉਤਸ਼ਾਹ ਪੈਦਾ ਕਰੋ ਕਿ ਜੋ ਗੁਰਬਾਣੀ ਦੇ ਅਨੁਸਾਰ ਇਹ ਸਾਨੂੰ ਸਕਰੀਨ ਤੇ ਦਿਖਾ ਰਹੇ ਨੇ, ਉਹ ਚੀਜ਼ਾਂ ਉਹਨਾਂ ਦੇ ਜੀਵਨ ਵਿੱਚ ਤੁਹਾਡੇ ਨਿੱਕੇ ਨਿੱਕੇ ਉਪਰਾਲਿਆਂ ਨਾਲ ਆ ਜਾਣਗੀਆਂ। ਇਹ ਦੂਜਾ ਉਪਰਾਲਾ ਸਾਰੀਆਂ ਟੀਚਰਾਂ ਤੇ ਪ੍ਰਿੰਸੀਪਲ, ਅਸੀਂ ਤੇ ਇਹ ਵੀ ਇੱਥੋਂ ਤੱਕ ਕੀਤਾ ਸੀ, ਜਿਹੜੇ 6ਵੀਂ 7ਵੀਂ ਦੇ ਮੁੰਡੇ ਨੇ ਉਹ ਜਦੋਂ ਘਰੋਂ ਆਣਾ ਤੇ ਪਿਤਾ ਦੇ ਪੈਰੀ ਹੱਥ ਲਾ ਕੇ ਇੰਨਾ ਹੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ, ਤੇ ਬੱਚੀਆਂ ਜਿਹੜੀਆਂ ਨੇ ਉਹ ਰਸੋਈ ਵਿੱਚ 15 ਮਿੰਟ ਮੰਮੀ ਨਾਲ ਹੱਥ, ਉਹਦਾ ਇੰਨਾ ਰਿਸਪੌਂਸ, ਇੰਨਾ ਮਾਂ-ਬਾਪ ਵੀ ਖੁਸ਼, ਇੰਨੇ ਪ੍ਰਸੰਨ। ਇਹ ਗੁਰਬਾਣੀ ਅਨੁਸਾਰ ਕਾਰਜ ਨੇ ਸਾਰੇ। ਭਾਈ ਗੁਰਦਾਸ ਜੀ ਦੀ ਵਾਰ ਪੜ੍ਹ ਲਓ, ਮਾਂ ਪਿਓ ਪਰਹੜ ਪੜ੍ਹੇ, ਮਾਂ ਪਿਓ ਦੀ ਸੇਵਾ ਛੱਡ ਕੇ ਤੂੰ ਵੇਦ ਪੜ੍ਹ ਲੈ, ਆਹ ਕਰ ਲੈ, ਫਿਰ ਕੋਈ ਚੀਜ਼ ਨਹੀਂ ਹੋਵੇ ਸਰਵਨ ਵਿਰਲਾ ਕੋਈ। ਤੇ ਉਹ ਫਿਰ ਚੀਜ਼ਾਂ ਜਦੋਂ ਇਸ ਤਰ੍ਹਾਂ ਤੁਸੀਂ ਆਪਣੇ ਸਕੂਲਾਂ ਦੇ ਵਿੱਚ ਸਿਲੇਬਸ ਦੇ ਨਾਲ ਨਾਲ ਉਹਨੂੰ ਉਪਰਾਲਿਆਂ 'ਚ ਲਿਆਓਗੇ, ਮੇਰੇ ਖਿਆਲ ਨਾਲ ਅਸਲੀ ਜਿਹੜਾ ਇਹਨਾਂ ਦਾ ਮਨੋਰਥ ਹੈ ਕਿ ਸਿੱਖ ਸਚਿਆਰ ਮਨੁੱਖ ਦੀ ਘੜ ਲਈ ਜਿਹੜੀਆਂ ਵਿਦਿਅਕ ਸੰਸਥਾਵਾਂ ਦਾ ਕਾਰਜ, ਉਹਦਾ ਅਸਰ ਜ਼ਰੂਰ ਬਾਹਰ ਆਏਗਾ। ਮੈਂ ਅਖੀਰਲੀ ਗੱਲ ਕਹਿ ਕੇ ਸਮਾਪਤੀ ਕਰਨ ਲੱਗਾ ਜੇ, ਇਹ ਬੜਾ ਵੱਡਾ ਵਰਿੰਦਰਪਾਲ ਸਿੰਘ ਜੀ ਪੈਸੇਜ ਜੇ ਆਪ ਜੀ ਕੋਲ, ਤੁਸੀਂ 2 ਬੱਚਿਆਂ ਨੂੰ ਸਮਝਾਓ ਲੱਗੇਗਾ ਅੱਧਾ ਘੰਟਾ, ਤੇ ਇੱਕ ਸਕੂਲ 'ਚ 1800 ਬੱਚਾ ਪੜ੍ਹਦਾ, 800 ਪੜ੍ਹਦਾ, 1000 ਪੜ੍ਹਦਾ, 1200 ਪੜ੍ਹਦਾ। ਅਗਰ ਥੋੜੀ ਜੀ ਗੱਲ ਟੀਚਰਾਂ ਪ੍ਰਿੰਸੀਪਲ ਸਮਝ ਲੈਣ, ਇਹਨੂੰ ਚਲਾ ਦੇਣ। ਇਹ ਦਾਸ ਨੇ ਇੱਕੋ ਗੱਲ ਕਹੀ ਹੈ ਵੀ 15 ਮਿੰਟ ਰਸੋਈ 'ਚ ਕੰਮ ਕਰਾਇਆ, ਇਹ ਬਾਕੀ ਚੀਜ਼ਾਂ ਤੁਸੀਂ ਆਪਣੀਆਂ, ਤੁਹਾਨੂੰ ਇੰਨੀਆਂ ਫਾਈਲਾਂ ਦਿੱਤੀਆਂ ਇਹਨਾਂ ਨੇ, ਬੈਗ ਦਿੱਤੇ ਨੇ, ਤੁਸੀਂ ਆਪੋ ਆਪਣੀ ਰਾਏ, ਕਿਉਂਕਿ ਸੰਗਤ ਵਿੱਚੋਂ ਰਾਏ ਉਪਜਦੀ ਹੈ, ਸੰਗਤ ਵਿੱਚੋਂ ਅੱਛੇ ਖਿਆਲ ਨਿਕਲਦੇ, ਉਹ ਇਹਨਾਂ ਨੂੰ ਦਿਓ, ਉਹਨਾਂ ਨੂੰ ਫਿਰ ਇਹ ਆਪੇ ਛਾਪ ਕੇ ਆਪਣੇ ਢੰਗ ਦੇ ਨਾਲ ਸਾਰਾ ਕੁਝ ਇਹਨੂੰ ਹੋਰਨਾਂ ਤੱਕ ਪਹੁੰਚਾਉਣਗੇ। ਇਹ ਜ਼ਰੂਰ ਇਹ ਜਿਹੜਾ ਮਿਸ਼ਨ ਹੈ, ਸਕੂਲ ਜੇ ਚੱਲ ਪੈਣ ਤੇ ਇੱਕ ਗੱਲ 2800 ਬੱਚੇ ਤੱਕ ਪਹੁੰਚ ਸਕਦੀ ਹੈ। ਗੁਰੂ ਕਿਰਪਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਗੁਰਕਵਾਲ ਸਿੰਘ ਜੀ ਨੇ ਬੇਨਤੀ ਕੀਤੀ ਹੈ ਸਾਰਿਆਂ ਨੂੰ ਕਿ ਆਪਣੇ ਸੁਝਾਅ ਦੇਣੇ ਆ। ਮੇਰਾ ਖਿਆਲ ਰਿਵਿਊ ਫਾਰਮਸ ਤੁਹਾਡੇ ਸਾਰਿਆਂ ਕੋਲੇ ਹੱਥਾਂ ਵਿੱਚ ਪਹੁੰਚ ਚੁੱਕੇ ਨੇ, ਵਲੰਟੀਅਰਸ ਦੇ ਰਹੇ ਨੇ। ਕੋਈ ਵੀ ਡੈਲੀਗੇਟ ਆਪਣਾ ਰਿਵਿਊ ਫਾਰਮ ਖਾਲੀ ਨਾ ਦੇਵੇ, ਆਪਣੇ ਵਿਚਾਰ ਜੋ ਸੋਚਦੇ ਹੋ ਜ਼ਰੂਰ ਦੇ ਕੇ ਜਾਣੇ ਆ। ਔਰ ਅਸੀਂ ਇਹਨਾਂ ਦੀ ਗੱਲ ਮੰਨਦੇ ਹਾਂ, ਤੁਹਾਡੇ ਕੋਲੋਂ ਰਿਵਿਊ ਫਾਰਮ 3 ਵਾਰੀ ਲਵਾਂਗੇ। ਇੱਕ ਅੱਜ ਦੇ ਸੈਸ਼ਨ ਦੇ ਫੋਰਨੂਨ ਦੇ ਹੋ ਗਏ, ਇੱਕ ਆਫਟਰਨੂਨ ਲਵਾਂਗੇ, ਇੱਕ ਵਾਰੀ ਕੱਲ੍ਹ ਨੂੰ ਲਵਾਂਗੇ। ਔਰ ਜਿਹੜੇ ਡੈਲੀਗੇਟਸ ਦੇ ਤਿੰਨੋਂ ਰਿਵਿਊ ਫਾਰਮ ਆਏ ਹੋਣਗੇ, ਤਿੰਨੋਂ ਅਟੈਂਡੈਂਸ ਆਉਣਗੀਆਂ, ਖਿਮਾ ਕਰਨਾ, ਸਰਟੀਫਿਕੇਟਸ ਉਹਨਾਂ ਨੂੰ ਦੇਵਾਂਗੇ ਕਿ ਇਹਨਾਂ ਨੇ ਇੰਟਰਨੈਸ਼ਨਲ ਕਾਨਫਰੰਸ ਨੂੰ ਅਟੈਂਡ ਕੀਤਾ। ਸੋ ਇਹਨਾਂ ਦੀ ਗੱਲ ਤੇ ਅਸੀਂ ਮੋਹਰ ਲਾਉਨੇ ਆ। ਇੱਕ ਰਿਵਿਊ ਫਾਰਮ ਤੁਹਾਡੇ ਹੱਥ ਵਿੱਚ ਨੇ, ਦੂਸਰਾ ਰਿਵਿਊ ਫਾਰਮ ਸ਼ਾਮ ਦੇ ਸੈਸ਼ਨ ਦਾ ਤੁਹਾਨੂੰ 5 ਵਜੇ ਮਿਲੇਗਾ ਭਗਤ ਜੀ ਦੀ ਫਿਲਮ ਦੇਖਣ ਤੋਂ ਬਾਅਦ 7:10 ਤੇ। ਔਰ ਤੀਸਰਾ ਰਿਵਿਊ ਫਾਰਮ ਤੁਹਾਨੂੰ ਕੱਲ੍ਹ ਨੂੰ ਸਮਾਪਤੀ ਵੇਲੇ ਮਿਲੇਗਾ। ਜਿਹੜੇ ਡੈਲੀਗੇਟਸ ਦੇ ਤਿੰਨੋਂ ਰਿਵਿਊ ਫਾਰਮ ਸਾਡੇ ਕੋਲੇ ਆਉਣਗੇ, ਤਿੰਨਾਂ ਸੈਸ਼ਨਸ ਦੀਆਂ ਹਾਜ਼ਰੀਆਂ ਹੋਣਗੀਆਂ, ਉਹਨਾਂ ਨੂੰ ਵੀ ਅਸੀਂ ਇਹ ਸਰਟੀਫਿਕੇਟ ਜਿਹੜੇ ਨੇ ਉਹ ਪ੍ਰਦਾਨ ਕਰ ਸਕਾਂਗੇ। ਕਿਰਪਾ ਕਰਕੇ ਕਿਸੇ ਦਾ ਫੋਨ ਕਰਾ ਕੇ ਜਾਂ ਕਹਿ ਕੇ ਸਰਟੀਫਿਕੇਟ ਦੇ ਲਈ ਸਾਨੂੰ ਨਾ ਕਹਿਣਾ। ਇਹ ਵੀ ਸਚਿਆਰ ਮਨੁੱਖ ਦੀ ਘਾਟ ਦੇ ਲਈ ਇੱਕ ਪੁਲਾਂਘ ਹੋਵੇਗੀ। ਧੰਨਵਾਦ। ਡਾਕਟਰ ਨਛੱਤਰ ਸਿੰਘ ਜੀ ਨੂੰ ਬੇਨਤੀ ਹੈ ਕਿ ਇਸ ਪੈਨਲ ਦੇ ਵਿੱਚ ਜਿਹੜੀਆਂ ਵਿਦਿਅਕ ਸੰਸਥਾਵਾਂ ਬਾਰੇ ਗੱਲ ਹੋਈ ਹੈ, ਅਧਿਆਪਕ ਦੀ ਘਾਟ ਬਾਰੇ ਗੱਲ ਹੋਈ ਹੈ, ਔਰ ਜਿਹੜੀਆਂ ਸਾਮੱਗਰੀਆਂ ਆਪਾਂ ਨੂੰ ਚਾਹੀਦੀਆਂ ਇਹਦੇ ਬਾਰੇ, ਬੁੱਕਸ ਵਿੱਚ ਥਾਟਫੁਲਨੈਸ ਹੈ, ਉਹਦੇ 'ਚ ਵੈਲਿਊਜ਼ ਨੇ, ਔਰ ਜਿਹੜੇ ਰੋਜ਼ਾਨਾ ਜੀਵਨ ਜਾਂਚ ਵਿੱਚ ਉਹਨਾਂ ਨੂੰ ਗਾਈਡਲਾਈਨਸ ਜਿਹੜੀਆਂ ਉਹਦੇ 'ਚ ਥਾਟਫੁਲੀ ਐਂਟਰ ਕੀਤੀਆਂ ਹੋਣ। ਇਹ ਸਾਰੇ ਪ੍ਰਥਾਏ ਇਸ ਵੇਲੇ ਕੀ ਪੋਜੀਸ਼ਨ ਹੈ ਅਤੇ ਆਉਣ ਵਾਲੇ ਸਮੇਂ 'ਚ ਆਪਾਂ ਕਿੱਥੇ ਤੱਕ ਜਾ ਸਕਦੇ ਹਾਂ। ਡਾਕਟਰ ਨਛੱਤਰ ਸਿੰਘ ਜੀ। ਸਮਾਜ ਦੀ ਇਸ ਵੇਲੇ ਕੀ ਹਾਲਤ ਹੈ ਆਪਾਂ ਸਾਰੇ ਭਲੀ ਭਾਂਤ ਜਾਣਦੇ ਹਾਂ।
ਡਾਕਟਰ ਵਰਿੰਦਰਪਾਲ ਦੇ ਦਿਲ ਦੇ ਵਿੱਚ ਪੀੜਾ ਆ, ਸਾਡੇ ਦਿਲ ਦੇ ਵਿੱਚ ਵੀ ਪੀੜਾ ਆ। ਐਜੂਕੇਸ਼ਨ ਦਾ ਇਸ ਵੇਲੇ ਕੀ ਹਾਲ ਹੈ, ਕੀ ਸਿਨਾਰੀਓ ਹੈ। ਐਜੂਕੇਸ਼ਨ ਦੀਆਂ ਸਾਡੀਆਂ ਕੀ ਨੀਡਸ ਨੇ ਇਸ ਵੇਲੇ, ਕੀ ਸੋਲੂਸ਼ਨਸ ਨੇ, ਕੀ ਚੈਲੰਜਸ ਨੇ, ਬੜੇ ਵੱਡੇ ਨੇ। ਤੇ ਜੇ ਮੈਂ ਐਜੂਕੇਸ਼ਨ ਦਾ ਇਸ ਵੇਲੇ ਇੱਕ ਸੈਂਟੈਂਸ ਦੇ ਵਿੱਚ ਨਿਚੋੜ ਕੱਢ ਦਿਆਂ, ਐਜੂਕੇਸ਼ਨ ਹੈਜ਼ ਬਿਕਮ ਏ ਕਮੋਡਿਟੀ ਟ੍ਰੇਡਡ ਔਨ ਡਿਮਾਂਡ ਐਂਡ ਸਪਲਾਈ। ਮੇਰੇ ਦਿਲ ਦੇ ਵਿੱਚ ਵੀ ਇਹ ਪੀੜ ਆ ਜਿੱਦਾਂ ਤੁਹਾਡੇ ਦਿਲ ਦੇ ਵਿੱਚ ਪੀੜ ਆ। ਤੇ ਕੁਝ ਸਾਲ ਪਹਿਲਾਂ ਦਾ ਦੈਨ DGSE ਆਫ ਪੰਜਾਬ ਸਟੇਟ, ਮੈਂ ਉਹਦੇ ਨਾਲ ਗੱਲ ਕੀਤੀ ਟੈਲੀਫੋਨ ਤੇ, ਬਈ ਹਾਲਤ ਬਹੁਤ ਮਾੜੀ ਆ ਸਮਾਜ ਦੀ, ਤੇ ਐਜੂਕੇਸ਼ਨ ਦੀ ਕਿਸ ਪਾਸੇ ਵੱਲ ਆਪਾਂ ਵੱਧ ਰਹੇ ਹਾਂ। ਥੋੜ੍ਹਾ ਜਿਹਾ ਸਪਿਰਿਚੁਅਲਿਟੀ ਐਕੈਡਮਿਕਸ ਦੇ ਵਿੱਚ ਲੈ ਕੇ ਆਓ, ਇਹਦੇ ਬਿਨਾਂ ਗੁਜ਼ਾਰਾ ਨਹੀਂ ਹੋਣਾ। ਤੇ ਮੈਨੂੰ ਜਵਾਬ ਮਿਲਿਆ, ਜੋ ਗੱਲ ਕਹਿ ਰਹੇ ਨਾ ਕਿ ਐਡਮਿਨਿਸਟ੍ਰੇਟਿਵ ਪਾਲਿਸੀ ਕੀ ਆ। ਵੇਖੋ ਬਈ, ਕਹਿੰਦੇ ਅਸੀਂ ਸੈਕੂਲਰ ਸਿਸਟਮ ਰੱਖਣਾ ਹੁੰਦਾ ਹੈ ਤੇ ਅਸੀਂ ਇਦਾਂ ਕਰਕੇ ਗੁਰਬਾਣੀ ਦੀਆਂ ਕੁਝ ਉਪਦੇਸ਼ ਹੋਰ ਦੂਜੇ ਤੀਜੇ ਅਸੀਂ ਆਪਣੇ ਕੋਰਸ ਕਰਿਕੂਲਮ ਦੇ ਵਿੱਚ ਨਹੀਂ ਲਿਆ ਸਕਦੇ। ਤਾਂ ਡਾਕਟਰ ਵਰਿੰਦਰਪਾਲ ਨੇ ਗੱਲ ਕੀਤੀ ਹੈ, ਜਿੱਦਾਂ ਸਾਡੀ ਡਿਸਕਸ਼ਨ ਹੁੰਦੀ ਰਹਿੰਦੀ ਸੀ। ਮੈਂ ਕਿਹਾ ਭਾਈ, ਗੁਰੂ ਨਾਨਕ ਨਾਲੋਂ ਕੋਈ ਵੱਡੀ ਸ਼ਖਸੀਅਤ, ਕੋਈ ਵੱਡਾ ਪੈਗੰਬਰ ਸੈਕੂਲਰ ਜੇ ਕੋਈ ਦੁਨੀਆ ਦੇ ਵਿੱਚ ਹੈ ਤੇ ਮੈਨੂੰ ਐਗਜ਼ਾਮਪਲ ਦੱਸ ਦੇ। ਮੇਰਾ ਨੌਲੇਜ ਬਹੁਤ ਘੱਟ ਹੈ। ਜਵਾਬ ਕੋਈ ਨਹੀਂ ਸੀ, ਬਟ ਹੀ ਵਾਜ਼ ਨੌਨ ਕਮਿਟਲ ਕਿ ਇਹ ਸਪਿਰਿਚੁਅਲਿਟੀ ਦਾ ਜੋ ਕੰਪੋਨੈਂਟ ਹੈ ਇਹ ਐਕੈਡਮਿਕਸ ਦੇ ਵਿੱਚ ਲੈ ਕੇ ਆਵਾਂਗੇ। ਜੇ ਆਪਾਂ ਦੇਖਦੇ ਹਾਂ ਕਿ ਹੁਣ ਤੱਕ ਅਸੀਂ ਕੀ ਕੀਤਾ ਆ, ਐਜੂਕੇਸ਼ਨ ਦੇ ਵਿੱਚ ਕੋਈ ਸਾਡੀ ਨਿੱਗਰ ਪਾਲਿਸੀ ਨਹੀਂ ਬਣ ਸਕੀ। ਖੇਡਾਂ ਦੇ ਵਿੱਚ ਤਾਂ ਸਾਡੀ ਕੋਈ ਨਿੱਗਰ ਪਾਲਿਸੀ ਨਹੀਂ ਬਣ ਸਕੀ, ਅਸੀਂ ਫੇਲ। ਓਲੰਪਿਕਸ ਦੇ ਰਿਜ਼ਲਟ ਦੇਖ ਲਓ। ਦੇਸ਼ ਪਿਆਰ ਦਾ ਜਜ਼ਬਾ ਅਸੀਂ ਨਹੀਂ ਵਿਦਿਆਰਥੀਆਂ ਦੇ ਵਿੱਚ ਭਰ ਸਕੇ, ਧਰਮ ਨਾਲ ਅਸੀਂ ਨਹੀਂ ਜੋੜ ਸਕੇ। ਤੇ ਅਸੀਂ ਕੀਤਾ ਤੇ ਕੀਤਾ ਕੀ? ਇਸ ਵੇਲੇ ਸੋਸ਼ਲ ਸਾਇੰਸਿਸ ਦੇ ਜਿਹੜੇ ਰਿਜ਼ਲਟਸ ਨੇ ਸਟੱਡੀਜ਼ ਦੇ ਜਰਨਲਸ ਦੇ ਵਿੱਚ ਆ ਰਹੇ ਆ, ਆਦਮੀ ਦੀ ਸਕਸੈਸ ਦੇ ਵਿੱਚ ਉਹਦਾ ਡਿਸਪਲਿਨਰੀ ਨੌਲੇਜ ਜਾਂ ਉਹਦਾ ਡੋਮੇਨ ਨੌਲੇਜ ਦੀ ਕੰਟਰੀਬਿਊਸ਼ਨ ਸਿਰਫ 20% ਆ, ਸਿਰਫ ਤੇ ਸਿਰਫ 20%। ਬਾਕੀ ਉਹਦੀਆਂ ਕੀ ਵੈਲਿਊਜ਼ ਨੇ, ਕੀ ਉਹਦੀਆਂ ਪੋਜ਼ਿਟਿਵਿਟੀਜ਼ ਨੇ, ਕੀ ਉਹਦੇ ਸੌਫਟ ਸਕਿੱਲਸ ਨੇ। ਕੀ ਅਸੀਂ ਇਹੋ ਜਿਹੇ ਸਿਨਾਰੀਓ ਦੇ ਵਿੱਚ ਵੀ ਇਹ ਸਪਿਰਿਚੁਅਲਿਟੀ ਤੇ ਅਕੈਡਮਿਕਸ ਇਕੱਠੇ ਨਹੀਂ ਕਰ ਸਕਦੇ? ਬੜੀ ਵੱਡੀ ਲੋੜ ਆ। ਸਾਇੰਸ ਵੱਲੋਂ ਵੀ ਰਿਜ਼ਲਟ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ, ਜਰਨਲਸ ਦੇ ਵਿੱਚ ਛਪ ਚੁੱਕੇ ਨੇ। ਆਪਾਂ ਕਈ ਵਾਰੀ ਅਧਿਆਪਕਾਂ ਤੇ ਬਹੁਤ ਜ਼ਿਆਦਾ ਜ਼ਿੰਮੇਵਾਰੀ ਸਿੱਟਦੇ ਹਾਂ। ਠੀਕ ਹੈ, ਬਹੁਤ ਇੰਪੋਰਟੈਂਟ ਆ, ਅਧਿਆਪਕਾਂ ਦਾ ਰੋਲ ਬੜਾ ਮਹੱਤਵਪੂਰਨ ਹੈ, ਪਰ ਪੇਰੈਂਟਸ ਦਾ ਰੋਲ ਵੀ ਘੱਟ ਮਹੱਤਵਪੂਰਨ ਨਹੀਂ। ਪੇਰੈਂਟਸ ਆਪਣੇ ਬੱਚਿਆਂ ਨੂੰ ਟਾਈਮ ਨਹੀਂ ਦੇ ਰਹੇ, ਵੈਲਿਊਏਬਲ ਟਾਈਮ ਨਹੀਂ ਦੇ ਰਹੇ ਬੱਚਿਆਂ ਨੂੰ। ਬੱਚੇ ਅਸਟੇ ਹੋ ਰਹੇ ਨੇ। ਇਹ ਵੀ ਸਾਇੰਸ ਦੇ ਵਿੱਚ, ਜੋ ਸੋਸ਼ਲ ਸਾਇੰਸਿਸ ਦੇ ਵਿੱਚ ਸਟੱਡੀਜ਼ ਆਈਆਂ ਨੇ, ਜਿੰਨੀ ਅਗਰੈਸਿਵਨੈਸ ਆ ਬੱਚੇ ਪੇਰੈਂਟਸ ਤੋਂ ਸਿੱਖ ਰਹੇ ਨੇ। ਅਧਿਆਪਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ, ਪੇਰੈਂਟਸ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਅਧਿਆਪਕ ਬੱਚਿਆਂ ਦੇ ਵਿੱਚ ਐਸਾ ਐਜ਼ ਰੋਲ ਮਾਡਲ, ਐਜ਼ ਗਾਈਡ, ਐਜ਼ ਫਿਲਾਸਫਰ, ਐਜ਼ ਸ਼ੇਪਰ ਆਫ ਫਿਊਚਰ ਆਫ ਦੀ ਸਟੂਡੈਂਟਸ ਜਦ ਤੱਕ ਨਹੀਂ ਵਿਚਰਨਗੇ, ਇੱਕ ਮਿਸ਼ਨਰੀ ਜ਼ੀਲ ਦੇ ਨਾਲ ਏਜੰਡਾ ਅੱਗੇ ਲੈ ਕੇ ਨਹੀਂ ਜਾਣਗੇ, ਸਾਨੂੰ ਰਿਜ਼ਲਟ ਨਹੀਂ ਮਿਲਣਗੇ। ਜੇ ਬੱਚਿਆਂ ਨੂੰ ਜੋ ਇਸ ਵੇਲੇ ਸਾਡੀ ਯੂਥ ਦਾ ਹਾਲ ਹੈ, we are falling into the depth of immorality in the society।
if we do not groom our children, if we do not groom our youth to be morality conscious individuals, ਕਿਤੇ ਨਹੀਂ ਖੜ ਸਕਾਂਗੇ ਅਸੀਂ, ਸਾਡਾ ਬਹੁਤ ਬੁਰਾ ਹਾਲ ਹੋਵੇਗਾ। ਸੋ ਬੜਾ ਜ਼ਰੂਰੀ ਹੈ ਕਿ ਅਧਿਆਪਕ ਆਪਣੀ ਜ਼ਿੰਮੇਵਾਰੀ ਨੂੰ ਅੱਗੇ ਲੈ ਕੇ ਜਾਣ, ਇੱਕ ਇਹੋ ਜਿਹੀ ਕਲਾਸ, ਇਹੋ ਜਿਹੇ ਰੋਲ ਮਾਡਲ ਸਮਾਜ ਦੇ ਵਿੱਚ ਪੈਦਾ ਕਰਨ ਜਿਹੜੇ ਫਿਜ਼ੀਕਲੀ ਫਿੱਟ ਹੋਣ, ਇਮੋਸ਼ਨਲੀ ਬੈਲੈਂਸਡ ਹੋਣ। ਇਹ ਨਹੀਂ ਕਿ ਅੱਜ ਨੰਬਰ ਘੱਟ ਆਏ ਤੇ ਚਲੋ ਸੁਸਾਈਡ ਕਰ ਲਓ। ਇੰਟੈਲੈਕਚੁਅਲੀ ਅਲਰਟ ਹੋਣ ਔਰ ਸਪਿਰਿਚੁਅਲੀ ਇਵੋਲਵਡ ਹੋਣ। ਇਹ ਏਜੰਡਾ ਸਾਨੂੰ ਅੱਗੇ ਲੈ ਕੇ ਚੱਲਣਾ ਪਏਗਾ, ਇਸ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੋਣਾ। ਮੈਂ ਜ਼ਿਆਦਾ ਟਾਈਮ ਲੈ ਲੈਣਾ ਕਿਉਂਕਿ ਟਾਈਮ ਬਹੁਤ ਹੋ ਚੁੱਕਾ। ਥੈਂਕ ਯੂ। ਬਹੁਤ ਬਹੁਤ ਧੰਨਵਾਦ ਡਾਕਟਰ ਨਛੱਤਰ ਸਿੰਘ ਜੀ, ਵਾਈਸ ਚਾਂਸਲਰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ। ਉਹਨਾਂ ਨੇ ਬਹੁਤ ਇਹ ਮਹਿਸੂਸਿਆ ਹੋਇਆ ਜੋ ਜਜ਼ਬਾ ਹੈ ਅਕਾਦਮਿਕ ਹਾਲਾਤਾਂ ਦਾ ਤੁਹਾਡੇ ਨਾਲ ਸਾਂਝ ਪਾਈ ਹੈ। ਪ੍ਰਿੰਸੀਪਲ ਨਰਿੰਦਰਪਾਲ ਸਿੰਘ ਜੀ, ਇੱਕ ਅਥਾਰਟੀ ਔਨ ਹਿਸਟਰੀ ਐਂਡ ਫਰੋਮ ਦਿੱਲੀ, ਰਿਟਾਇਰਡ ਪ੍ਰਿੰਸੀਪਲ ਨੇ ਔਰ ਪ੍ਰਿੰਸੀਪਲਾਂ ਨੂੰ ਮੁਖਾਤਬ ਵੀ ਹੋ ਰਹੇ ਨੇ ਤੇ ਅੱਜ ਦੇ ਇਸ ਪੈਨਲ ਦੇ ਸੰਬੰਧ 'ਚ ਪ੍ਰਿੰਸੀਪਲ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਜਿਹੜੀ ਗੱਲ ਕੀਤੀ ਜਾ ਰਹੀ ਸੀ ਕਿ ਅੱਜ ਦਾ ਜਿਹੜਾ ਸੋਸ਼ਲ ਸਿਨੈਰੀਓ ਹੈ, ਸਾਡੀ ਜਿਹੜਾ ਭਾਰਤੀ ਸਮਾਜ ਹੈ ਇਹ ਸਮੇਂ ਦੇ ਨਾਲ ਬਦਲ ਰਿਹਾ ਹੈ। ਵੇਲਾ ਹੁੰਦਾ ਸੀ ਕਿ ਮਨੁੱਖ ਕੁਟੁੰਬ ਵਿੱਚ ਰਹਿੰਦਾ ਸੀ ਤੇ ਅਸੀਂ ਇੰਪੋਰਟੈਂਟ ਸੀ। ਅੱਜ ਮੈਂ ਇੰਪੋਰਟੈਂਟ ਹੋ ਗਈ ਹੈ ਕਿਉਂਕਿ ਸੁਸਾਇਟੀ ਵੈਸਟਰਨਾਈਜ਼ ਹੋ ਗਈ ਹੈ। ਇਸ ਟਰਾਂਸਫਰਮੇਸ਼ਨ ਦੇ ਅੰਦਰ ਬੱਚੇ ਅਲੂਫ ਹੋ ਗਏ ਨੇ। ਵੇਲਾ ਹੁੰਦਾ ਸੀ ਮਾਂ-ਬਾਪ ਬੱਚਿਆਂ ਦੇ ਨਾਲ ਰੂਬਰੂ ਹੁੰਦੇ ਸਨ, ਕੁਝ ਸਮਾਂ ਦਿੰਦੇ ਸਨ। ਅੱਜ ਸਮਾਂ ਨਹੀਂ ਹੈ, ਨਾ ਬੱਚਿਆਂ ਕੋਲ ਨਾ ਮਾਪਿਆਂ ਕੋਲ। ਇਕੱਠੇ ਬੈਠਣ ਦਾ ਵੇਲਾ ਨਹੀਂ। ਅਸੀਂ ਵੀ ਟੀਵੀ ਲਾ ਦਿੱਤਾ, ਬੱਚਾ ਆਪਣੇ ਰੂਮ ਦੇ ਵਿੱਚ, ਮਾਂ-ਬਾਪ ਆਪਣੇ ਕੰਮਾਂ ਦੇ ਵਿੱਚ, ਕੋਈ ਇੰਟਰੈਕਸ਼ਨ ਨਹੀਂ। ਜਿਹੜੀ ਗੱਲ ਕਰ ਰਹੇ ਸਨ ਕਿ ਅਸੀਂ ਮੋਰਲੀ ਬੱਚੇ ਇਮੋਰਲਿਟੀ ਦੇ ਵਿੱਚ ਸਿੰਕ ਕਰ ਰਹੇ ਨੇ, ਉਹਦਾ ਸਭ ਤੋਂ ਵੱਡਾ ਕਾਰਨ ਇੰਟਰੈਕਸ਼ਨ ਨਹੀਂ। ਤੇ ਉਸ ਇੰਟਰੈਕਸ਼ਨ ਨਾ ਹੋਣ ਦੇ ਕਾਰਨ ਬੱਚੇ ਲੋਨਲੀਨੈਸ ਫੀਲ ਕਰਦੇ ਨੇ। ਵੈਸਟਰਨ ਸੋਸਾਇਟੀ ਈਗੋ ਦੇ ਉੱਤੇ, ਮੈਂ ਦੇ ਉੱਤੇ ਖੜੀ ਹੈ। ਸਾਡੀ ਸੁਸਾਇਟੀ ਅਸੀਂ ਦੇ ਉੱਤੇ ਖੜੀ ਸੀ। ਇਸ ਵੇਲੇ ਟਰਾਂਸਫਰਮੇਸ਼ਨ ਦੇ ਵਿੱਚ ਹੈ, ਨਾ ਅਸੀਂ ਦੇ ਵਿੱਚ ਹਾਂ ਤੇ ਨਾ ਮੈਂ ਦੇ ਵਿੱਚ ਹਾਂ। ਬੱਚਾ ਕਿੱਥੇ ਟੇਕ ਰੱਖੇ, ਟੀਚਰ ਤੇ ਪ੍ਰਿੰਸੀਪਲ ਦਾ ਬਹੁਤ ਵੱਡਾ ਰੋਲ ਹੈ। ਸਕੂਲ ਦੇ ਅੰਦਰ ਪ੍ਰਿੰਸੀਪਲ ਲੀਡਰ ਹੈ ਤੇ ਸਾਰੇ ਟੀਚਰ ਤੱਕਦੇ ਪ੍ਰਿੰਸੀਪਲ ਵੱਲ ਨੇ ਕਿ ਉਹਦਾ ਕੀ ਰੋਲ ਮਾਡਲ ਹੈ ਤੇ ਉਹਦਾ ਅਨੁਸਰਨ ਕਰਦੇ ਹਨ। ਉਸ ਨੂੰ ਆਮ ਤੌਰ ਤੇ ਇਮੀਟੇਟ ਕਰਦੇ ਹਨ ਕਿ ਜੇ ਪ੍ਰਿੰਸੀਪਲ ਦਾ ਖਿਆਲ ਨਹੀਂ ਹੈ ਤੇ ਅਸੀਂ ਕਾਹਨੂੰ ਕਰੀਏ। ਕੋਈ ਇਨੀਸ਼ੀਏਟਿਵ ਲੈ ਕੇ ਰਾਜ਼ੀ ਨਹੀਂ, ਪਰ ਜੇ ਪ੍ਰਿੰਸੀਪਲ ਨੇ ਇਨੀਸ਼ੀਏਟਿਵ ਲੈ ਲਿਆ ਤੇ ਟੀਚਰ ਇਜ਼ ਅਕਾਊਂਟੇਬਲ, ਫਿਰ ਉਸ ਨੂੰ ਕੰਮ ਕਰਨਾ ਹੀ ਪੈਂਦਾ ਹੈ। ਪਰ ਕਲਾਸਰੂਮ ਦੇ ਅੰਦਰ ਪ੍ਰਿੰਸੀਪਲ ਇਤਨਾ ਇੰਟਰਫੀਅਰ ਨਹੀਂ ਕਰ ਸਕਦਾ ਜਿੰਨਾ ਕਿ ਇੱਕ ਟੀਚਰ ਲਾਈਵਲੀ ਬੱਚਿਆਂ ਦੇ ਨਾਲ ਇੰਟਰੈਕਟ ਕਰ ਸਕਦਾ ਹੈ। ਸੋ ਪ੍ਰਿੰਸੀਪਲ ਨੇ ਗਾਈਡਲਾਈਨ ਲੈਣੀ ਹੈ, ਪਰ ਉਸਨੇ ਨਾਲ ਇੱਕ ਸੁਪਰਵਿਜ਼ਨ ਇਸ ਤਰ੍ਹਾਂ ਦੀ ਕਰਨੀ ਹੈ ਕਿ ਜੋ ਕੁਝ ਮੈਂ ਸੋਚਿਆ ਹੈ, ਜਿਹੜੀਆਂ ਗਾਈਡਲਾਈਨਸ ਬਣਾਈਆਂ ਨੇ ਉਹ ਟੀਚਰਸ ਤੱਕ ਪਹੁੰਚੀਆਂ ਵੀ ਨੇ ਕਿ ਨਹੀਂ, ਉਹ ਟੀਚਰਸ ਉਸ ਦੇ ਅਨੁਸਾਰ ਕੰਮ ਵੀ ਕਰ ਰਹੇ ਨੇ ਕਿ ਨਹੀਂ। ਇੱਥੇ ਪ੍ਰਿੰਸੀਪਲ ਦਾ ਬਹੁਤ ਵੱਡਾ ਰੋਲ ਹੈ। ਉਹ ਜੇਕਰ ਪ੍ਰਿੰਸੀਪਲ ਇੱਕ ਰੋਲ ਮਾਡਲ ਹੈ ਤੇ ਨੈਚੁਰਲੀ ਬੱਚਿਆਂ ਦੇ ਉੱਤੇ ਬਹੁਤ ਵੱਡਾ ਅਸਰ ਪੈਂਦਾ ਹੈ। ਮੋਰਲ ਐਜੂਕੇਸ਼ਨ ਜਾਂ ਅੱਜ ਵੈਲਿਊ ਐਜੂਕੇਸ਼ਨ ਦੀ ਗੱਲ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਹੁੰਦੀ ਹੈ, ਪਰ ਇਹ ਕੋਈ ਪੜ੍ਹਾਉਣ ਦਾ ਵਿਸ਼ਾ ਨਹੀਂ।
ਇਹ ਤਾਂ ਬੱਚੇ ਇੰਬਾਈਬ ਕਰਦੇ ਨੇ ਟੀਚਰ ਤੇ ਪ੍ਰਿੰਸੀਪਲ ਦੇ ਬਿਹੇਵੀਅਰ ਤੋਂ। ਅਸੀਂ ਭਾਵੇਂ ਜਿੰਨਾ ਮਰਜ਼ੀ ਕਹਿ ਦਈਏ ਬਿਲਕੁਲ ਠੀਕ ਹੈ 60% ਕੰਮ ਹੋ ਗਿਆ ਜੇਕਰ ਕਿਤਾਬਾਂ ਬਣ ਗਈਆਂ, ਪਰ ਜੇਕਰ ਟੀਚਰ ਤੇ ਪ੍ਰਿੰਸੀਪਲ ਨੇ ਉਹਨਾਂ ਕਿਤਾਬਾਂ ਦੇ ਐਸੈਂਸ ਨੂੰ ਇੰਬਾਈਬ ਨਹੀਂ ਕੀਤਾ, ਬੱਚੇ ਦੇ ਸਾਹਮਣੇ ਉਹਨੂੰ ਪ੍ਰੈਕਟੀਕਲੀ ਪੇਸ਼ ਨਹੀਂ ਕੀਤਾ, ਉਹ ਕਿਤਾਬਾਂ ਵੀ ਬੇਮਾਨੇ ਹੋ ਜਾਣਗੀਆਂ। ਕਿਉਂ ਕਿ ਪ੍ਰਿੰਸੀਪਲ ਤੇ ਟੀਚਰ ਇੱਕ ਲਾਈਵ ਮਾਡਲ ਨੇ। ਜੇਕਰ ਉਹ ਪ੍ਰੈਕਟਿਸ ਕਰ ਰਹੇ ਨੇ ਤਾਂ ਨੈਚੁਰਲੀ ਬੱਚੇ ਇਮੀਟੇਟ ਕਰਨਗੇ, ਉਸ ਤੋਂ ਬਾਹਰ ਨਹੀਂ ਜਾਣਗੇ। ਇਸ ਸੁਸਾਇਟੀ ਦੇ ਕ੍ਰਾਈਸਿਸ ਦੇ ਅੰਦਰ ਜਿਹੜਾ ਟੀਚਰ ਔਰ ਪ੍ਰਿੰਸੀਪਲ ਹੈ ਉਹਦਾ ਰੋਲ ਕਿਤੇ ਵੱਧ ਜਾਂਦਾ ਹੈ। ਬਹੁਤ ਬੱਚੇ ਐਡੋਲੈਸੈਂਟ ਪ੍ਰਿੰਸੀਪਲ ਕੋਲ ਟੀਚਰ ਕੋਲ ਆਪਣੇ ਕਨਫਾਈਡ ਕਰਦੇ ਨੇ, ਬਹੁਤ ਸਾਰੀਆਂ ਗੱਲਾਂ ਕਰਨੀਆਂ ਚਾਹੁੰਦੇ ਨੇ, ਤੇ ਸਾਨੂੰ ਇਹ ਥੋੜਾ ਜਿਹਾ ਸਮਾਂ ਦੇਣਾ ਪਵੇਗਾ। ਭਾਵੇਂ ਕਿਸੇ ਵੀ ਸਬਜੈਕਟ ਦੇ ਹੋਈਏ, ਸਾਨੂੰ ਸਾਇੰਸ ਪੜ੍ਹਾਉਣੀ ਆਵੇ, ਸੋਸ਼ਲ ਸਾਇੰਸ ਹੋਵੇ, ਲੈਂਗੁਏਜਿਸ ਦੇ ਹੋਈਏ, ਮੈਥਮੈਟਿਕਸ ਦੇ ਹੋਈਏ, ਪਰ ਇੱਕ ਟੀਚਰ ਜ਼ਰੂਰ ਬੱਚੇ ਦਾ ਹੀਰੋ ਹੁੰਦਾ ਹੈ ਤੇ ਬੱਚੇ ਆਪਣੇ ਘਰ ਦੀ ਗੱਲ ਵੀ ਉਸ ਨਾਲ ਜ਼ਰੂਰ ਕਰਦੇ ਨੇ। ਤੇ ਉਹ ਵੇਲਾ ਹੈਗਾ ਜਿੱਥੇ ਅਸੀਂ ਬੱਚੇ ਨੂੰ ਗਾਈਡ ਕਰ ਸਕਦੇ ਹਾਂ ਤੇ ਵੇਖ ਸਕਦੇ ਹਾਂ ਕਿ ਉਹ ਕਿਹੜੇ ਪਾਸੇ ਜਾ ਰਿਹਾ ਹੈ। ਬਹੁਤ ਸਾਰੇ ਅਸਟਰੇ ਜਾਂਦੇ ਬੱਚੇ ਇਹੋ ਜਿਹੇ ਟੀਚਰ ਬਾਂਹ ਫੜ ਕੇ ਵਾਪਸ ਲੈ ਆਉਂਦੇ ਨੇ। ਇਸ ਕਰਕੇ ਉਸ ਟੀਚਰ ਤੇ ਪ੍ਰਿੰਸੀਪਲ ਦਾ ਰੋਲ ਬਹੁਤ ਵੱਡਾ ਹੋ ਜਾਂਦਾ ਹੈ। ਵੈਸੇ ਮੈਂਡੇਟਰੀ ਹੈ CBSE ਵੱਲੋਂ ਕਿ ਇੱਕ ਕਾਉਂਸਲਰ ਜ਼ਰੂਰ ਰੱਖਿਆ ਜਾਏ ਸਕੂਲ ਦੇ ਅੰਦਰ, ਪਰ ਇੱਕ ਕਾਉਂਸਲਰ 2-2.5 ਬੱਚੇ ਨੂੰ ਕਿੱਥੇ ਰੱਖੇਗਾ, ਕਿਵੇਂ ਉਸ ਨੂੰ ਸੰਭਾਲੇਗਾ। ਲੋੜ ਤਾਂ ਹੈ ਹਰ ਟੀਚਰ ਨੂੰ ਟ੍ਰੇਨਿੰਗ ਦਿੱਤੀ ਜਾਏ ਕਿ ਉਹ ਕਾਉਂਸਲਿੰਗ ਦੇ ਕੁਝ ਗੁਰ ਸਿੱਖੇ ਤੇ ਬੱਚੇ ਨੂੰ ਇਸ ਪੱਖੋਂ ਦੱਸ ਸਕੇ। ਇਤਿਹਾਸ ਦੇ ਵਿੱਚ ਵੇਖੀਏ, ਜਦੋਂ ਸਿੰਘ ਸਭਾ ਲਹਿਰ ਚੱਲੀ ਸੀ ਤਾਂ ਹਰ ਥਾਂ ਜਿੱਥੇ ਕਾਨਫਰੰਸ ਹੁੰਦੀ ਸੀ ਇੱਕ ਨਵਾਂ ਖਾਲਸਾ ਸਕੂਲ ਖੁੱਲ੍ਹਦਾ ਸੀ। ਅਸੀਂ ਵੀ ਖਾਲਸਾ ਸਕੂਲ ਦੀ ਪ੍ਰੋਡਕਟ ਹਾਂ ਔਰ ਸਾਨੂੰ ਮਾਣ ਹੈ ਆਪਣੇ ਟੀਚਰਸ ਦੇ ਉੱਤੇ। ਉਸ ਵੇਲੇ ਤਨਖਾਹਾਂ ਬੜੀਆਂ ਘੱਟ ਸਨ, ਪਰ ਟੀਚਰਸ ਨੇ ਜਿਹੜਾ ਸਾਡੇ ਸਾਹਮਣੇ ਮਾਡਲ ਰੱਖਿਆ ਸਿੱਖੀ ਦਾ, ਭਾਵੇਂ ਉਹ ਸਾਇੰਸ ਦਾ ਟੀਚਰ ਸੀ, ਭਾਵੇਂ ਮੈਥਮੈਟਿਕਸ ਦਾ ਟੀਚਰ ਸੀ, ਤੇ ਜਿਸ ਢੰਗ ਨਾਲ ਉਹ ਸਾਨੂੰ ਗੁਰਬਾਣੀ ਪੜ੍ਹਾਉਂਦੇ ਸਨ ਜਾਂ ਗੁਰਬਾਣੀ ਸਿਖਾਉਂਦੇ ਸਨ, ਉਹ ਕਰ ਗਈ। ਅੱਜ ਫਿਰ ਲੋੜ ਹੈ। ਇਹ ਤੁਹਾਨੂੰ ਕੌਣ ਕਹਿੰਦਾ ਹੈ? ਜੇਕਰ ਸੰਸਕ੍ਰਿਤ ਦਾ ਟੀਚਰ ਗਵਰਨਮੈਂਟ ਸਕੂਲ ਦੇ ਅੰਦਰ ਸ਼ਲੋਕ ਪੜ੍ਹਾ ਸਕਦਾ ਹੈ, ਵੇਦ ਮੰਤਰ ਸਿਖਾ ਸਕਦਾ ਹੈ, ਤੇ ਗੁਰਬਾਣੀ ਕਿਉਂ ਨਹੀਂ ਕੋਡ ਕਰ ਸਕਦਾ ਟੀਚਰ? ਕੀਤੀ ਜਾ ਸਕਦੀ ਹੈ, ਸਿਰਫ ਸਾਡੇ ਅੰਦਰ ਝਿਜਕ ਹੈ। ਔਰ ਇਹ ਤਾਂ ਗਵਰਨਮੈਂਟ ਸਕੂਲ ਸਿਸਟਮ ਵਿੱਚ ਰਹਿ ਕੇ ਵੀ ਦੇਖਿਆ ਕਿ ਲੋਕ ਤਰਸਦੇ ਨੇ। ਤੁਸੀਂ ਉਹਨਾਂ ਨੂੰ ਗੁਰਬਾਣੀ ਦਾ ਕੋਈ ਮਾਡਲ ਸਾਹਮਣੇ ਰੱਖੋ, ਉਹਨਾਂ ਨੂੰ ਦੱਸੋ ਗੁਰਬਾਣੀ ਇਉਂ ਕਹਿੰਦੀ ਹੈ, ਉਹ ਸੁਣਨ ਨੂੰ ਤਿਆਰ ਨੇ। ਕਿਉਂ ਕਿ ਸਪਿਰਿਚੁਅਲੀ ਭੁੱਖ ਬਹੁਤ ਜ਼ਿਆਦਾ ਜੇ। ਸਾਇੰਸ ਔਰ ਮਟੀਰੀਅਲਿਜ਼ਮ ਕਰਕੇ, ਕਮਿਊਨਿਜ਼ਮ ਕਰਕੇ ਲੋਕ ਰੱਬ ਨੂੰ ਭੁੱਲੀ ਬੈਠੇ ਨੇ। ਲੋਕ ਸਮਝਦੇ ਨੇ ਸ਼ਾਇਦ ਰੱਬ ਹੈ ਨਹੀਂ, ਇਹ ਸਰੀਰ ਹੀ ਸਰੀਰ ਹੈ, ਇਸ ਵਿੱਚ ਸ਼ਾਇਦ ਜੋਤ ਨਹੀਂ ਵਰਤਦੀ। ਪਰ ਜੇ ਅੰਦਰ ਦੀ ਜੋਤ ਨੂੰ ਪਹਿਲਾਂ ਅਸੀਂ ਵਿਸ਼ਵਾਸੀ ਹੋਈਏ ਕਿ ਹਾਂ ਇਸ ਸਰੀਰ ਤੇ ਮਨ ਤੋਂ ਇਲਾਵਾ ਵੀ ਕੁਝ ਹੈ ਇਸ ਦੇ ਅੰਦਰ, ਤਾਂ ਜੇ ਸਾਡਾ ਵਿਸ਼ਵਾਸ ਹੈ ਤੇ ਬੱਚਿਆਂ ਤੱਕ ਵੀ ਉਹ ਵਿਸ਼ਵਾਸ ਪਹੁੰਚੇਗਾ। ਬਹੁਤੀ ਗੱਲ ਹੈ ਅਸੀਂ ਸਰੀਰ ਤੋਂ ਵੱਧ ਇਸ ਤੋਂ ਕੁਝ ਹੋਰ ਐਕਸਪੈਕਟ ਵੀ ਨਹੀਂ ਕਰਦੇ, ਤੇ ਜੇ ਸਾਡੇ ਅੰਦਰ ਵਿਸ਼ਵਾਸ ਹੈ ਤੇ ਬੱਚਿਆਂ ਨੂੰ ਵੀ ਵਿਸ਼ਵਾਸੀ ਬਣਾ ਸਕਾਂਗੇ। ਅਕਾਲੀ ਲਹਿਰ ਚੱਲੀ ਤੇ ਉਸ ਦੇ ਪਿੱਛੇ ਬਦੌਲਤ ਸੀ ਕਿ ਜਿਹੜੇ ਖਾਲਸਾ ਸਕੂਲ ਜਗ੍ਹਾ ਜਗ੍ਹਾ ਬਣੇ। ਐਜੂਕੇਸ਼ਨ ਕੇਵਲ ਤੇ ਕੇਵਲ ਸਪਿਰਿਚੁਅਲ ਨਹੀਂ, ਇਹ ਦੁਨਿਆਵੀ ਐਜੂਕੇਸ਼ਨ ਨਾਲ ਤੁਰੇਗੀ ਤੇ ਨਾਲ ਨਾਲ ਸਪਿਰਿਚੁਅਲ ਐਜੂਕੇਸ਼ਨ ਹੋਏਗੀ ਤੇ ਬੱਚੇ ਦੀ ਸਚਿਆਰ ਘਾੜਤ ਬਣੇਗੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਅਹਿਲਕਾਰਾਂ ਨੂੰ ਜੇ ਅੰਗਰੇਜ਼ਾਂ ਦੇ ਨਾਲ ਵਰਤਣਾ ਹੈ ਤੇ ਅੰਗਰੇਜ਼ੀ ਪੜ੍ਹਾਉਣ ਵਾਸਤੇ, ਅੰਗਰੇਜ਼ੀ ਸਿੱਖਣ ਵਾਸਤੇ ਉਹਨਾਂ ਨੂੰ ਲੁਧਿਆਣੇ ਵੀ ਭੇਜਿਆ।
ਭਾਵੇਂ ਆਪ ਅਨਪੜ੍ਹ ਸੀ ਪਰ ਐਜੂਕੇਸ਼ਨ ਦਾ ਉਹ ਮਹੱਤਵ ਜਾਣਦਾ ਸੀ, ਉਹਦੀ ਇੰਪੋਰਟੈਂਸ ਜਾਣਦਾ ਸੀ। ਅੱਜ ਲੋੜ ਹੈ ਟੀਚਰ ਤੇ ਪ੍ਰਿੰਸੀਪਲ ਨੂੰ ਲਗਾਤਾਰ ਕੰਟੀਨਿਊਸਲੀ ਇੱਕ ਵਰਕਸ਼ਾਪਸ ਲਗਾਉਣ ਦੀ ਆਪਣੇ ਸਕੂਲ ਦੇ ਅੰਦਰ। ਕਿਉਂ? ਰੋਜ਼ ਬਦਲਾਵ ਆ ਰਹੇ ਨੇ, ਰੋਜ਼ ਚੇਂਜਸ ਹੋ ਰਹੀਆਂ ਨੇ, ਵਰਲਡ ਸਿਨੈਰੀਓ ਬਦਲ ਰਿਹਾ, ਇਵਨ ਸਬਜੈਕਟ ਵਿੱਚ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਆਉਂਦੀਆਂ ਨੇ, ਬਟ ਵੀ ਆਰ ਨਾਟ ਅਬਰੈਸਟ ਵਿਦ ਦੀ ਲੇਟੈਸਟ ਡਿਵੈਲਪਮੈਂਟਸ ਇਨ ਆਵਰ ਸਬਜੈਕਟ ਆਲਸੋ। ਸਪਿਰਿਚੁਅਲਿਟੀ ਦੀ ਗੱਲ ਤਾਂ ਛੱਡ ਹੀ ਦਿਓ। ਸੋ ਲੋੜ ਹੈ ਸਕੂਲ ਲੈਵਲ ਦੇ ਉੱਤੇ ਵੀ ਸੈਟਰਡੇਜ਼ ਨੂੰ ਵਰਕਸ਼ਾਪਸ ਲਗਾਉਣ ਦੀ। ਮੈਨੂੰ ਬੜਾ ਚੰਗਾ ਲੱਗਾ ਬੜੂ ਸਾਹਿਬ ਦੇ ਅੰਦਰ ਸੈਟਰਡੇ ਨੂੰ ਸਾਰੇ ਰਲ ਕੇ ਲਾਸਟ ਵਰਕਿੰਗ ਡੇਜ਼ ਨੂੰ ਸੁਖਮਨੀ ਸਾਹਿਬ ਦਾ ਪਾਠ ਪੂਰੀ ਟੀਚਰਸ ਮਿਲ ਕੇ ਕਰਦੇ ਨੇ, ਲਗਾਤਾਰ ਪਾਠ ਚੱਲਦਾ ਰਹਿੰਦਾ ਹੈ। ਇਹ ਸਾਡੀ ਰੂਹ ਦੀ ਖੁਰਾਕ ਹੈ। ਤੇ ਅਸੀਂ ਜਿੱਥੇ ਸਬਜੈਕਟ ਦੀ ਕਲਾਸ ਲਗਾਈਏ ਉੱਥੇ ਨਾਲ ਨਾਲ ਇਹ ਨੇਮ ਬਣਾ ਲਈਏ ਐਵਰੀ ਵੀਕਐਂਡ ਤੇ और लास्ट वर्किंग डे ते जरूर इकट्ठे मिल करके एक इंटरैक्शन सब्जेक्ट मैटर का जिथे फैकल्टी मीटिंग्स करने उत्थे एक रूहानीयत साड़ी कित्थे पहुंची है, साडा अंदर का मीटर की बोलता है, किन्ने को सचियार असी होए हाँ ताकि असी बच्चियां तक भी उस गल नूं पहुंचा सकीए। वाहिगुरू जी का खालसा, वाहिगुरू जी की। बहुत बहुत धन्यवाद जी।